अस्सलामुअलैकुम। ਅੱਜ ਗੱਲ ਕਰਨਾ ਚਾਹਾਂਗਾ ਕਿ ਜਿਹੜਾ ਪੈਪਟਿਕ ਅਲਸਰ ਹੈ, ਮੈਦੇ ਦੇ ਮੂੰਹ ਤੇ ਸੋਜਨ ਹੋ ਜਾਏ ਤੇ ਗੈਸਟਰਾਈਟਿਸ, ਔਰ ਮੈਦੇ ਦੇ ਆਖਰੀ ਹਿੱਸੇ ਦੇ ਐਂਡ ਤੇ ਅਗਰ ਛੋਟੀ ਆਂਤ ਤੇ ਹੋਵੇ ਸੋਜਨ ਦੇ ਡਿਊਡੇਨਾਈਟਿਸ, ਔਰ ਮੈਦੇ ਦੇ ਮੂੰਹ ਤੇ ਅਗਰ ਜ਼ਖਮ ਹੋਵੇ ਤੇ ਗੈਸਟ੍ਰਿਕ ਅਲਸਰ, ਔਰ ਮੈਦੇ ਦੇ ਆਖਰੀ ਹਿੱਸੇ ਤੇ ਛੋਟੀ ਆਂਤ ਤੇ ਹੋਵੇ ਤੇ ਡਿਊਡੇਨਲ ਅਲਸਰ। ਅਗਰ ਦੋਨੋਂ ਪਾਸੇ ਜ਼ਖਮ ਹੋ ਜਾਣ, ਮੈਦੇ ਦੇ ਮੂੰਹ ਤੇ ਵੀ ਔਰ ਛੋਟੀ ਆਂਤ ਤੇ ਵੀ, ਫਿਰ ਇਹਨੂੰ ਪੈਪਟਿਕ ਅਲਸਰ ਆਖਦੇ ਨੇ। ਅੱਛਾ, ਹੁਣ ਇਹ ਕਿਵੇਂ ਬੰਦੇ ਨੂੰ ਪਤਾ ਲੱਗੇ ਕਿ ਮੈਨੂੰ ਗੈਸਟ੍ਰਿਕ ਅਲਸਰ ਹੈ ਜਾਂ ਡਿਊਡੇਨਲ ਅਲਸਰ ਹੈ, ਜਾਂ ਮੈਦੇ ਜ਼ਖਮ ਹੈ ਵੀ ਜਾਂ ਨਹੀਂ ਹੈ, ਜਾਂ ਇਹਦੀ ਐਂਡੋਸਕੋਪੀ ਕਰਾਉਣੀ ਜ਼ਰੂਰੀ ਹੈ ਜਾਂ ਨਹੀਂ ਹੈ। ਤੇ ਆਮ ਤੌਰ ਤੇ ਮੈਂ ਦੇਖਿਆ ਤਸ਼ਖੀਸੀ ਜ਼ਰਾ ਛੋਟਾ ਜਿਹਾ ਕੈਮਰਾ ਇੱਕ ਪਾਉਂਦੇ ਨੇ ਮੂੰਹ ਜ਼ਰੀਏ ਮੈਦੇ 'ਚ, ਔਰ ਮੈਦੇ ਦੇ ਮੂੰਹ 'ਤੇ ਜ਼ਖਮ ਆ ਜਾਣ ਤੈਨੂੰ ਫਿਰ ਉਹ ਕਹਿੰਦੇ ਨੇ ਜੀ ਗੈਸਟ੍ਰਿਕ ਅਲਸਰ ਹੈ। ਆਖਰੀ ਡਿਊਡੇਨਲ ਦੇ ਮੁਕਾਮ ਆਮ ਤੇ ਹੋਵੇ ਜ਼ਖਮ ਤੈਨੂੰ ਆਖਦੇ ਨੇ ਜੀ ਕਿ ਡਿਊਡੇਨਲ ਅਲਸਰ ਹੈ। ਉਹ ਮੇਰਾ ਖਿਆਲ ਹੈ ਐਂਡੋਸਕੋਪੀ ਦੀ ਜ਼ਰੂਰਤ ਪੇਸ਼ ਨਹੀਂ ਆਉਂਦੀ, ਬਗੈਰ ਐਂਡੋਸਕੋਪੀ ਤੋਂ ਵੀ ਮੈਦੇ ਦੇ ਅਲਸਰ ਦਾ ਪਤਾ ਲੱਗ ਸਕਦਾ ਨਾ, ਇਹਦੀਆਂ ਸਿੰਪਟਮ ਪਤਾ ਲੱਗ ਜਾਂਦੀਆਂ ਜਾ ਕੇ। ਅੱਛਾ, ਇਹ ਇੱਕ ਤੇ ਜਿਹਨੂੰ ਮੈਦੇ ਦਾ ਅਲਸਰ ਹੋਵੇ ਉਹਨੂੰ ਮਿਰਚ ਬਰਦਾਸ਼ਤ ਨਹੀਂ ਹੋ ਸਕਦੀ ਬਿਲਕੁਲ, ਜੋ ਹੀ ਕੋਈ ਮਿਰਚ ਚੀਜ਼ ਖਾਏ ਫੌਰੀ ਨੂੰ ਜਲਨ ਦਰਦ ਸ਼ੁਰੂ ਹੋ ਜਾਏਗਾ ਨਾ। ਇਹਦੇ 'ਚ ਇਹ ਕਿ ਆਮ ਤੌਰ ਤੇ ਖਾਣਾ ਖਾਣ ਤੋਂ ਫੌਰਨ ਬਾਅਦ ਦਰਦ ਹੁੰਦਾ, ਮੈਦੇ ਦੇ ਮੂੰਹ ਜ਼ਖਮ ਹੈ, ਔਰ ਖਾਲੀ ਪੇਟ ਦਰਦ ਰਹਿੰਦਾ ਹੋਵੇ ਤੇ ਛੋਟੀ ਆਂਤ ਤੇ ਜ਼ਖਮ ਹੈ ਮੈਦੇ ਦੇ ਆਖਰੀ ਹਿੱਸੇ ਤੇ, ਔਰ ਬਾਜ਼ ਔਕਾਤ ਕੋਈ ਨਹੀਂ ਹਰ ਵਕਤ ਦਰਦ ਰਹਿੰਦਾ, ਔਰ ਖਾਣਾ ਖਾਣ ਤੋਂ ਬਾਅਦ ਆਰਾਮ ਵੀ ਆ ਜਾਂਦਾ, ਬਾਅਦ ਖਾਲੀ ਪੇਟ ਜ਼ਿਆਦਾ ਹੋ ਜਾਂਦਾ। ਬਾਅਦ ਲੋਕਾਂ ਨੇ ਖਾਣਾ ਖਾਣ ਤੋਂ ਫੌਰਨ ਬਾਅਦ ਦਰਦ ਜ਼ਿਆਦਾ ਹੋ ਜਾਂਦਾ ਤੇ ਖਾਲੀ ਪੇਟ ਘੱਟ ਜਾਂਦਾ, ਤੇ ਇਹ ਮੈਦੇ ਦੇ ਅਲਸਰ ਦੀਆਂ ਅਲਾਮਤਾਂ। ਵੈਸੇ ਇਹਦੇ 'ਚ ਜਿਹੜੀ ਜਦੀਦ ਉਹ ਹੈ ਤਸ਼ਖੀਸ ਉਹਦੀ ਕਿ ਹੈਲੀਕੋਬੈਕਟਰ ਪਾਇਲਰੀ ਬੈਕਟੀਰੀਆ ਹੈ, ਉਹ ਇਹਦਾ ਸਬਬ ਬਣਦਾ ਜਾ ਕੇ। ਜ਼ਿਆਦਾਤਰ ਜਿਹੜਾ ਹੈ ਉਹ ਜ਼ਹਿਨੀ ਦਬਾਅ ਜਿਹੜਾ ਹੈ ਇਹਦਾ ਬੜਾ ਬੁਨਿਆਦੀ ਸਬਬ ਹੈ, ਡਿਪਰੈਸ਼ਨ, ਅਚਾਨਕ ਕੋਈ ਸ਼ਾਕ ਹੋ ਜਾਏ। ਅੱਛਾ, ਫਿਰ ਜਿਹੜੇ ਲੋਕ ਕੈਮੀਕਲ ਤੋਂ ਬਣੀਆਂ ਦਵਾਈਆਂ ਖੂਨ ਪਤਲਾ ਕਰਨ ਵਾਲੀਆਂ ਉਹ ਮੁਸਲਸਲ ਖਾਂਦੇ ਰਹਿੰਦੇ ਨੇ, ਖੂਨ ਦੇ ਨਾਲ ਪਤਲਾ ਹੁੰਦਾ, ਲੇਕਿਨ ਬਾਅਦ ਲੋਕਾਂ ਦੀ ਮੈਦਾ ਜਿਹੜਾ ਉਹ ਜ਼ਖਮੀ ਹੋ ਜਾਂਦਾ। ਔਰ ਚੂँਕਿ ਮੈਦੇ ਨਮਕ ਦਾ ਤੇਜ਼ਾਬ ਹੈ, ਹਾਈਡਰੋਕਲੋਰਿਕ ਐਸਿਡ HCl, ਇਹਦੀ ਮੁਕਰਰ ਮਿਕਦਾਰ ਤੋਂ ਅਗਰ ਉਹਦੀ ਸਿਕਰੇਸ਼ਨ ਵੱਧ ਜਾਏ, ਰਸਣਾ ਜ਼ਿਆਦਾ ਹੋ ਜਾਏ, ਇਹ ਚੁਭਨ ਪੈਦਾ ਕਰਦਾ ਨਾ। ਇਸ ਨੂੰ ਘਟਾਉਣ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਆਪਣੇ ਤੌਰ ਤੇ ਬਿਲਕੁਲ ਬੰਦਾ ਠੀਕ ਹੋ ਸਕਦਾ, ਔਰ ਹੈਲੀਕੋਬੈਕਟਰ ਪਾਇਲਰੀ ਜਿਹੜਾ ਉਹ ਵੀ ਖਾਰਜ ਹੋ ਸਕਦਾ ਜਿਸਮ 'ਚੋਂ। ਅੱਛਾ, ਹੁਣ ਇਹ ਦੇਖਣਾ ਵੀ ਆਮ ਤੌਰ 'ਤੇ ਜ਼ਿਆਦਾ ਕਿਹੜੀ ਵਜ੍ਹਾ ਬਣਦੀ, ਉਹ ਇਹ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜ਼ਹਿਨੀ ਦਬਾਅ ਦਾ ਬੜਾ ਬੁਨਿਆਦੀ ਸਬਬ ਹੈ। ਅੱਛਾ, ਮਸਨੂਈ ਰੰਗਾਂ ਲਈ ਜਿਤਨੀਆਂ ਵੀ ਚੀਜ਼ਾਂ ਖਾਣ ਵਾਲੀਆਂ, ਉਹਦੇ 'ਚ ਮਤਲਬ ਮਿਠਾਈ ਹੋ ਗਈ, ਬੰਦ ਡੱਬਿਆਂ ਦੀ ਗਜ਼ਾਵਾਂ ਹੋ ਗਈਆਂ, ਜਿਨ੍ਹਾਂ ਜਾਂ ਨਮਕ ਬਹੁਤ ਜ਼ਿਆਦਾ ਪਾਇਆ ਜਾਂਦਾ, ਉਹ ਚਟਨੀ ਹੋ ਗਈਆਂ, ਔਰ ਇਸ ਤਰ੍ਹਾਂ ਦੀ ਜਿਹੜੀਆਂ ਮਸਨੂਈ ਕੈਮੀਕਲ ਨਾਲ ਜਿਹੜੀਆਂ ਖੁਰਾਕਾਂ ਬਣ ਕੇ ਆ ਰਹੀਆਂ ਨੇ, ਇਹ ਮੈਦਾ ਜ਼ਖਮੀ ਕਰਦੀਆਂ ਨੇ। ਮੈਦੇ ਅੰਦਰ ਜਿਹੜਾ ਤੇਜ਼ਾਬ ਹੈ HCl, ਉਹਦੇ ਵਿਗਾੜ ਪੈਦਾ ਹੁੰਦੀ ਹੈ। ਔਰ ਇਹਦੇ 'ਚ ਹੁਣ ਇਹ ਦੇਖਣਾ ਕਿ ਹਿਕਮਤ ਦਾ ਇਲਾਜ ਕੀ ਹੈ। ਹਿਕਮਤ ਦਾ ਇਲਾਜ ਜਿਹੜੀ ਬਹੁਤ ਫਾयदेमंद ਚੀਜ਼ है वो हल्दी और मुलट्ठी है, या है कि हल्दी और सौंफ मिला ली जाए, या फिर यह है कि राल और किकरगूंद ये दोनों मिला के तो चने दाने बराबर सुबह दोपहर शाम खाना खाना 2 घंटे पहले या 2 घंटे बाद दी जाए। या फिर इस तरह है कि मुलट्ठी, हल्दी और सौंफ तीनों बराबर बदलनी चाहो, और अद्धी निस जी है जो किकरगूंद पाई जाए, अगर वो पा पाए तो अद्ध पा किकरगूंद पाई जाए, तो यदा पाउडर किया जाए बारीक, खसूसन सौंफ सही बारीक होनी चाहिए। इस सुबह दोपहर शाम हाफ टी स्पून खाना खाने तो 2 घंटे पहले या 2 घंटे बाद 1 घुट पानी नाल, ये बिल्कुल मैदे का जख्म जोड़ा है, छोटी आंत का जख्म, पैप्टिक अल्सर ठीक हो जाता। 1 हफ्ते का कोर्स काफ़ी है, मेरा ये 12 मुद्दा है, जरूर इस्तेमाल कर देखो। अच्छा, खुराक अच्छी है कि अनार ये वास्ते बहुत फायदेमंद है। अनार का जूस फायदा नहीं दिता या शरबत फायदा नहीं करता, अनार चबा के खाना इस वास्ते बहुत फायदेमंद है, अंदरूनी सारे जख्म ठीक करता ना। छिलकस का घोल जोड़ा है पानी नाल पक्का मारो, ये भी अंदरूनी सारे जख्म जाके ठीक करता। अच्छा, बंद गोभी का सलाद इस वास्ते फायदेमंद है, इस्तेमाल करना चाहिए। फलों च जो सरदा गर्मा हो गया ये फायदा करता है, बाद लोगों तरबूज नाल भी फायदा होता है। तो मुज़रात मैं समझना कि लोग ये अक्सर दुध इस्तेमाल करते हैं, दुध नाल फौरी सुकून मिलता, लेकिन दुध नुकसानदेह है क्योंकि दुध अंदर लैक्टिक एसिड है जिस तेजाब और मैदे तेजाब जो बिगड़ता जाता ना, वो नहीं पीना चाहिए बिल्कुल। अच्छा, चीनी तो जितनी तैयार गजावां मिठाइयां दे बहुत नुकसान दिंदियां। अच्छा, फिर वो चीज़ां जड़ियां एक ही तेल बार बार तली जांदियां, वो मैदे दे अल्सर का बहुत बड़ा सबब बनदियां। और इन्हां चीज़ों तो मेरा ख्याल बंदा बचता रहे तो ये नहीं। अच्छा, इत्थे खुराक चो फिर इहदे च अपना भिंडी नुकसान दिंदी है, दाल माश बहुत नुकसान दिंदी है। अच्छा, चने दी दाल बहुत नुकसान दिंदी है। अच्छा, ये पकौड़े देखा बाद लोगों ने बड़ा रिएक्शन करते हैं जाके, जख्म उतारते हैं जाके, तो उस तो बचना चाहिए अल्सर मैदा यकीन।
और इंसान बेहतर हो सकता है। क्योंकि परहेज जड़ा है वो अच्छा बड़ी वजह चूंकि दी एक नफसियाती भी है। अल्सर में हो जाए तो चिड़चिड़ापन हो जाता, गुस्सा बेचैनी वधदी है। लिहाजा पुरसकून करना, अपने आप को रिलैक्स करना, ये बहुत जरूरी है। बहुत शुक्रिया जी। अल्लाह हाफिज़।